सतनाम वाहिगुरु साहिब जी। सोरठ महला पंजवा। जाकै सिमरन सब कछ पाइयै, बिरथी काल न जाई। तिस प्रभ त्याग अवर कत राचो, जो सब मह रहया समाई। हर हर सिमरो संत गोपाला, साध संग मिल नाम ते आवो। पूर्ण होवै काला, हर हर सिमरो संत गोपाला। साध संग मिल नाम ते आवो, पूर्ण होवै काला रहाऊ। सार संभालै नित प्रतिपालै, प्रेम सहत गल लावै। कहो नानक प्रभ तुमरे बिसरत, जगत जीवन कैसे पावै। कहो नानक प्रभ तुमरे बिसरत, जगत जीवन कैसे पावै। गुरु गरीब निवाज चवर छतर तख्त वक्त दे मालक, हलत पलत सवार देनहार सतगुरु शब्द गुरु धन गुरु ग्रंथ साहब सच्चे पातशाह, उन्हां दी मुबारक हजूरी दे अंदर जुड़ मिल बैठे सत्कारयोग सतसंगी जनों, आओ रल मिल के पातशाह जी दे पावन उपदेशों के नाल सांझ पाउण दा यतन करिए। अज दा पावन शब्द गुरु अर्जन साहब पातशाह जी का सोर राग दे विचों आपां पढ़िया है, जिसकी पावन विचार नूं आपां रल मिल के साझा करना है। जो गुरु अर्जन साहब पातशाह जी सबक सिखाउंदे ने, सिक्ख्या दिंदे ने, उसनूं समझना विचारना ते मनना लाजमी है। पावन विचारां दी आरंभता तो पहला आओ गुरदरबार की मर्यादा निभा लीए, गुरु बख्शिश दोहराइए। इक्के बार कहण ते आखो जी वाहिगुरु जी का खालसा, वाहिगुरु जी की फतेह। सतगुरु गुरु अर्जन साहब पातशाह जी इस पावन शब्द दे राही जीवन नूं सफल बनाउण दा तरीका दसदे ने, क्योंकि हरेक मनुख यही सोचता है भी संसार विच आया साडा सफल होना चाहिए, भी मेरा जिउना सफल हो जाए। ਆਪਾਂ ਜਿੱਦਾਂ
ਅਕਾਲ ਚਲਾਣਾ ਕੋਈ ਕਰ ਜਾਵੇ, ਉਹਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਹਾਂ ਵੀ ਸੰਸਾਰ ਦੇ ਵਿੱਚ ਜੀਆ ਹੋਇਆ ਇਹਦਾ ਸਫਲ ਹੋ ਜਾਵੇ ਅਤੇ ਪ੍ਰਮਾਤਮਾ ਦੇ ਚਰਨ ਕਮਲਾਂ 'ਚ ਨਿਵਾਸ ਮਿਲੇ। ਇਵੇਂ ਦੀਆਂ ਜੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਪਰ ਸੰਸਾਰ ਦੇ ਵਿੱਚ ਰਹਿੰਦਿਆਂ ਜੀਵਨ ਨੂੰ ਸਫਲ ਬਣਾਉਣਾ ਇਹ ਗੁਰਮਤਿ ਦਾ ਰਸਤਾ ਹੈ। ਗੁਰਦੇਵ ਜੀ ਕਹਿੰਦੇ ਵੀ ਜਿਉਂਦਿਆਂ ਸੰਸਾਰ ਦੇ ਵਿੱਚ ਤੈਨੂੰ ਮਹਿਸੂਸ ਹੋਵੇ ਵੀ ਮੇਰਾ ਜਿਉਣਾ ਸਫਲ ਆ, ਸਫਲ ਹੋ ਗਿਆ ਮੇਰਾ ਜਿਉਣਾ। ਕਈ ਵਾਰ ਆਪਣੇ ਨਾਲ ਘਟਨਾ ਵਾਪਰ ਜਾਂਦੀ ਹੈ ਵੀ ਕੰਮ ਆਹ ਕੀਤਾ, ਮੇਰਾ ਆਉਣਾ ਸਫਲ ਹੋ ਗਿਆ, ਮੈਂ ਇੱਥੇ ਪਹੁੰਚਿਆ, ਤੁਹਾਨੂੰ ਮਿਲਿਆ, ਮੇਰਾ ਆਉਣਾ ਸਫਲ ਹੋ ਗਿਆ, ਗੱਲਬਾਤ ਕਰਨੀ ਸਫਲ ਹੋ ਗਈ। ਹਰੇਕ ਚੀਜ਼ ਦਾ ਜਦੋਂ ਸਾਨੂੰ ਮੁੱਲ ਮਿਲੇ ਆਪਾਂ ਸੋਚਦੇ ਹਾਂ ਵੀ ਸਫਲ ਹੋ ਗਿਆ, ਪੜ੍ਹਾਈ ਕੀਤੀ ਸਫਲ ਹੋ ਗਈ, ਮਿਹਨਤ ਕੀਤੀ ਸਫਲ ਹੋ ਗਈ, ਮੁਕਾਮ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਸ ਮਨੁੱਖੀ ਜੀਵਨ ਨੂੰ ਦੇਖਦੇ ਹਾਂ ਨਾ, ਤਾਂ ਗੁਰਦੇਵ ਜੀ ਕਹਿੰਦੇ ਵੀ ਤੇਰਾ ਸਫਲ ਹੋਣਾ ਚਾਹੀਦਾ, ਨਿਫਲ ਨਾ ਜਾਵੇ ਤੇਰਾ ਜਿਉਣਾ। ਅਤੇ ਇਸ ਲਈ ਸਫਲ ਕਰਨ ਦੇ ਲਈ ਸਾਨੂੰ ਕੋਈ ਨਾ ਕੋਈ ਤਾਂ ਉੱਦਮ ਕਰਨਾ ਹੀ ਪੈਣਾ ਹੈ ਨਾ। ਹੁਣ ਕਿਤੇ ਵੀ ਤੁਸੀਂ ਦੇਖੋ ਵੀ ਬਿਨਾਂ ਮਿਹਨਤ ਕੀਤਿਆਂ ਬੰਦਾ ਸਫਲ ਨਹੀਂ ਹੁੰਦਾ। ਜੇ ਕੋਈ ਬੰਦੇ ਨੇ ਏਮ ਸੋਚਿਆ ਵੀ ਆਹ ਮੰਜ਼ਿਲ 'ਤੇ ਪਹੁੰਚਣਾ ਹੈ, ਇਸ ਰੁਤਬੇ 'ਤੇ ਪਹੁੰਚਣਾ ਹੈ, ਆਹ ਚੀਜ਼ ਹਾਸਲ ਕਰਨੀ ਹੈ, ਇਸ ਕੰਮ ਦੇ ਵਿੱਚ ਮੈਂ ਪ੍ਰਪੱਕ ਹੋਣਾ, ਸਫਲ ਹੋਣਾ, ਤਾਂ ਉਹ ਮਿਹਨਤ ਕਰਦਾ ਆ। ਮਿਹਨਤ ਤੋਂ ਸ਼ੁਰੂ ਹੁੰਦਾ ਹੈ ਕੰਮ। ਹੁਣ ਜੇ ਮਨੁੱਖਾ ਜਨਮ ਨੂੰ ਸਫਲ ਅਸੀਂ ਬਣਾਉਣਾ ਹੋਵੇ ਤਾਂ ਮਿਹਨਤ ਦੀ ਤਾਂ ਲਾਜ਼ਮੀ ਹੈ ਨਾ, ਮਿਹਨਤ ਕਰਨੀ ਪੈਣੀ ਹੈ, ਸਾਨੂੰ ਮਿਹਨਤ ਕਰਨੀ ਪੈਣੀ ਹੈ। ਹੁਣ ਕਈ ਵਾਰ ਸਾਡਾ ਦਿਮਾਗ ਕਈ ਵਾਰ ਖੜ ਜਾਂਦਾ ਵੀ ਜੀਵਨ ਸਫਲ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ, ਹੱਡ ਤੋੜਵੀਂ। ਠੀਕ ਹੈ, ਬੰਦਾ ਮਿਹਨਤ ਕਰਕੇ ਬਹੁਤ ਕੁਛ ਕਮਾ ਲੈਂਦਾ ਹੈ, ਘਰ ਪਰਿਵਾਰ ਬਣ ਗਿਆ, ਪੈਸਾ ਇਕੱਠਾ ਹੋ ਗਿਆ, ਬੈਂਕ ਬੈਲੈਂਸ ਬਹੁਤ ਵੱਧ ਗਿਆ, ਤਾਂ ਫਿਰ ਸੋਚ ਕੇ ਵੇਖੋ ਵੀ ਅਜੇ ਵੀ ਜੀਵਨ ਸਫਲ ਆ। ਲਾਲਸਾ ਤਾਂ ਖਤਮ ਨਹੀਂ ਨਾ ਹੋਈ, ਵੱਧ ਹੀ ਜਾਂਦੀ ਆ। ਕੋਈ ਵੀ ਮਨੁੱਖ ਅਖੀਰ 'ਤੇ ਕਹਿੰਦਾ ਹੋਵੇ ਵੀ ਬਹੁਤ ਜਿਉਂ ਲਿਆ, ਬੜਾ ਕੁਝ ਕਮਾ ਲਿਆ, ਵੀ ਹੁਣ ਵੀ ਜੇ ਮੌਤ ਆਉਂਦੀ ਹੈ ਤਾਂ ਆ ਜਾਵੇ, ਸਫਲ ਨਹੀਂ ਹੋਇਆ। ਬਚਪਨ ਦੇ ਵਿੱਚ ਬੰਦਾ ਸੋਚਦਾ ਵੀ ਹੁਣ ਜਿਹੜੇ ਕੰਮ ਕਰਨੇ ਨੇ ਕਰ ਲੈਂਦੇ ਹਾਂ, ਫਿਰ ਸੌਖੇ ਹੋ ਜਾਵਾਂਗੇ। ਫਿਰ ਕਾਰੋਬਾਰ ਵੱਧ ਗਿਆ, ਜ਼ਿੰਮੇਵਾਰੀਆਂ ਪਰਿਵਾਰ ਦੀਆਂ ਵੱਧ ਗਈਆਂ, ਟਾਈਮ ਉਦੋਂ ਵੀ ਨਹੀਂ ਲੱਗਦਾ ਵੀ ਥੋੜ੍ਹੇ ਜਿਹੇ ਸੌਖੇ ਹੋਈਏ ਫਿਰ ਦੇਖੀ ਜਾਊ ਕਦੇ। ਐਂ ਕਰਦੇ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਸਾਰਾ ਟਾਈਮ ਲੰਘ ਜਾਂਦਾ ਉਸ ਭੱਜ ਨੱਠ ਦੇ ਵਿੱਚ। ਉਹ ਜੀਵਨ ਸਫਲ ਨਹੀਂ ਹੈ। ਜੀਵਨ ਸਫਲ ਉਹ ਹੈ ਜਿੱਦਣ ਤੇਰੇ ਵਿੱਚ ਟਿਕਾ ਆ ਗਿਆ ਵੀ ਹੁਣ ਸਬਰ ਆ, ਮੈਨੂੰ ਸਬਰ ਆ, ਮੈਨੂੰ ਸੰਸਾਰ ਦੇ ਵਿੱਚ ਰਹਿ ਕੇ ਸਬਰ ਆ ਗਿਆ, ਮੈਨੂੰ ਜਿਉਣਾ ਆ ਗਿਆ। ਜਿੰਨਾ ਵੀ ਜਿਉਂ ਰਿਹਾ ਆ ਵਧੀਆ ਜਿਉਂ ਰਿਹਾ, ਸ਼ਿਕਵਾ ਜਾ ਨਹੀਂ, ਦਿਨ ਕੱਟੀ ਜੀ ਨਹੀਂ, ਟਾਈਮ ਪਾਸ ਜਾ ਨਹੀਂ ਹੋ ਰਿਹਾ, ਵਧੀਆ ਜਿਉਂ ਰਿਹਾ, ਆਨੰਦ ਮਾਣ ਰਿਹਾ ਮੈਂ ਜਿਉਣ ਦਾ। ਅਤੇ ਜਿਉਣ ਦਾ ਆਨੰਦ ਉਦੋਂ ਹੀ ਮਾਣਿਆ ਜਾਣਾ ਜਦੋਂ ਤੇਰੇ ਅੰਦਰ ਸੰਤੋਖ ਸਬਰ ਹੋਵੇਗਾ, ਉਹ ਆਨੰਦ ਹੈ। ਧਨ ਪਦਾਰਥ ਬਹੁਤ ਇਕੱਠਾ ਕਰ ਲਿਆ, ਪਰ ਵਰਤਣ ਨੂੰ ਚਿੱਤ ਨਹੀਂ ਕਰਦਾ। ਬੰਦਾ ਕਹਿੰਦਾ ਕਿਤੇ ਖਰਾਬ ਹੀ ਨਾ ਹੋ ਜਾਏ, ਮੁੱਕ ਹੀ ਨਾ ਜਾਵੇ, ਉਹ ਸਬਰ ਨਹੀਂ ਹੈ। ਉਹ ਛੋਟੀ ਨੀਤ ਦੀਆਂ ਨਿਸ਼ਾਨੀਆਂ ਨੇ। ਠੀਕ ਹੈ ਵੀ ਹੋਣਾ ਚਾਹੀਦਾ ਸੰਕੋਚ, ਇੱਦਾਂ ਅਵਾਰਾ ਵੀ ਨਹੀਂ। ਪਰ ਬੰਦਾ ਜੇ ਮੰਨ ਲਓ ਵੀ ਭੁੱਖ ਹੀ ਕਰੀ ਜਾਵੇ, ਫਿਰ ਕਮਾਈ ਦਾ ਤਾਂ ਕੋਈ ਫਾਇਦਾ ਨਹੀਂ ਨਾ। ਸਰੀਰ ਨੂੰ ਦੁੱਖ ਦੇਤਾ ਤਾਂ ਫਾਇਦਾ ਨਹੀਂ ਹੈ। ਜੇ ਸੁੱਖ ਸਰੀਰ ਨੂੰ ਕੋਈ ਸਹੂਲਤ ਨਾ ਦਿੱਤੀ, ਠੀਕ ਹੈ ਵੀ ਜਿਹਦੀ ਜਿੱਥੋਂ ਤੱਕ ਆਮਦਨ ਹੈ ਉਹਨੂੰ ਪਹਿਨ ਲੈਣਾ ਚਾਹੀਦਾ, ਖਾ ਲੈਣਾ ਚਾਹੀਦਾ, ਕੋਈ ਦਿੱਕਤ ਨਹੀਂ ਹੈ।
ਜਿੰਨੀ ਕੁ ਬੰਦੇ ਦੀ ਆਮਦਨ ਹੈ ਉਸ ਹਿਸਾਬ ਦੇ ਨਾਲ ਖਾ ਪੀ ਸਕਦਾ ਬੰਦਾ, ਰਹਿ ਸਹਿ ਸਕਦਾ, ਮਾੜਾ ਨਹੀਂ ਹੈ। ਪਰ ਸਬਰ ਹੋਵੇ, ਸੰਤੋਖ ਹੋਵੇ, ਉਹਨੇ 'ਚ ਸਬਰ ਹੋਵੇ। ਪਰ ਮਨੁੱਖੀ ਫਿਦਰਤ ਇਹ ਹੈ ਵੀ ਬੰਦਾ ਆਪਣੇ ਵੱਡੇ ਨਾਲੋਂ ਵੇਖ ਕੇ ਖਾਰ ਖਾਂਦਾ ਹੈ, ਭੱਜਦਾ ਹੈ। ਸਾਈਕਲ ਵਾਲਾ ਸੋਚਦਾ ਹੈ ਮੋਟਰਸਾਈਕਲ ਹੋਵੇ, ਮੋਟਰਸਾਈਕਲ ਵਾਲਾ ਸੋਚਦਾ ਹੈ ਗੱਡੀ ਹੋਵੇ, ਗੱਡੀ ਵਾਲਾ ਸੋਚਦਾ ਹੈ ਕਿ ਮੇਰੇ ਕੋਲ ਵੱਡੀ ਗੱਡੀ ਆਉਣੀ ਚਾਹੀਦੀ ਹੈ। ਬੜਾ ਕੁਛ ਆ, ਇੱਦਾਂ ਦੀ ਸੋਚ ਚੱਲਦੀ ਰਹਿੰਦੀ ਹੈ। ਪਰ ਜੇ ਬੰਦਾ ਸੋਚੇ ਆਪ ਤੋਂ ਪਿੱਛੇ ਵੱਲ ਨੂੰ, ਵੀ ਮੈਂ ਤਾਂ ਚਲੋ ਰਹਿ ਰਿਹਾ ਹਾਂ, ਭਾਵੇਂ ਕੱਚੇ ਕੋਠੇ ਦੇ ਵਿੱਚ ਹੀ ਆ, ਪਰ ਉਹ ਵੀ ਲੋਕ ਨੇ ਨਾ ਜਿਨ੍ਹਾਂ ਕੋਲ ਛੱਤ ਵੀ ਨਹੀਂ ਹੈ। ਮੈਂ ਤਾਂ ਖਾ ਰਿਹਾ, ਭਾਵੇਂ ਜਿਵੇਂ ਦੀ 2 ਟਾਈਮ ਦੀ ਮਿਲ ਜਾਂਦੀ ਹੈ, ਇੱਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ 1 ਟਾਈਮ ਦੀ ਵੀ ਨਹੀਂ ਮਿਲਦੀ। ਮੈਂ ਤਾਂ ਕਰ ਰਿਹਾ, ਜਿੱਥੇ ਕੰਮ ਕਰ ਰਿਹਾ, ਭਾਵੇਂ ਥੋੜ੍ਹੇ ਮੋਟੇ ਪੈਸੇ ਆ ਰਹੇ ਨੇ, ਪਰ ਇਹੋ ਜਿਹੇ ਵੀ ਨੇ ਜਿਹੜੇ ਬੇਰੁਜ਼ਗਾਰ ਨੇ, ਜਿਨ੍ਹਾਂ ਤੋਂ ਕੰਮ ਵੀ ਨਹੀਂ ਹੋ ਸਕਦਾ ਜਾਂ ਕਰਦੇ ਨਹੀਂ ਆ। ਬਹੁਤਿਆਂ ਨਾਲੋਂ ਠੀਕ ਆ ਜਦੋਂ ਆਹ ਸੋਚ ਬਣਾ ਕੇ ਫਿਰ ਸਬਰ ਪੈਦਾ ਹੁੰਦਾ ਵੀ ਦਾਤਾ ਤੇਰਾ ਸਬਰ ਆ, ਅਜੇ ਵੀ ਰੱਖੀ ਬੈਠਾ ਹੈ ਤੂੰ, ਸਬਰ ਆ। ਨੀਤ ਰੱਜੀ ਦੀਆਂ ਨਿਸ਼ਾਨੀਆਂ ਨੇ। ਇਹ ਹੈ ਜੀਵਨ ਸਫਲ ਹੋਣਾ। ਬਹੁਤਾ ਕੁਛ ਪਦਾਰਥ ਇਕੱਠਾ ਕਰਕੇ ਜਿਉਣਾ ਸਫਲ ਹੋਣਾ ਨਹੀਂ ਹੈ। ਸਫਲ ਹੋਣਾ ਹੈ ਆਪਣੀ ਨੀਤ ਨੂੰ ਰਜਾ ਕੇ ਜਿਉਣਾ, ਨੀਤ ਨੂੰ ਰਜਾ ਕੇ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕੋਈ ਵੀ ਰੱਜ ਨਹੀਂ ਸਕਦਾ ਇੱਥੇ, ਸੰਤੋਖ ਤੋਂ ਬਿਨਾਂ। ਅਤੇ ਸੰਤੋਖ ਲੱਗਣਾ ਕਿਹਨੂੰ? ਸਰੀਰ ਨੂੰ ਜਾਂ ਮਨ ਨੂੰ? ਮਨ ਨੂੰ। ਸੰਤੋਖ ਦਾ ਦਰਵਾਜ਼ਾ ਮਨ ਨੂੰ ਹੀ ਲਾਉਣਾ ਪੈਣਾ ਹੈ ਨਾ। ਇਹ ਹੈ ਅਸਲ ਜਿਉਣਾ। ਅਤੇ ਗੁਰਬਾਣੀ ਸਾਨੂੰ ਐਂ ਸਿਖਾਉਂਦੀ ਹੈ, ਤੇਰਾ ਆਤਮਿਕ ਜੀਵਨ ਬਦਲੇ ਨਾ ਤਾਂ ਬਾਹਰੀ ਬਦਲ ਜਾਣਾ, ਢਾਂਚਾ ਤੇਰਾ ਸਲੀਕਾ ਬਦਲ ਜਾਣਾ, ਤੇਰਾ ਜਿਉਣਾ ਸਫਲ ਹੋ ਜਾਣਾ। ਬੰਦਾ ਦੁਖੀ ਕਿਉਂ ਹੈ? ਬੰਦਾ ਦੁਖੀ ਆਪਣੇ ਆਪ ਤੋਂ ਆ, ਆਪਣੇ ਆਪ ਦੁਖੀ ਹੋ ਰਿਹਾ। ਇੱਕ ਦੂਜੇ ਨੂੰ ਵੇਖ ਕੇ, ਕਿਸੇ ਦਾ ਘਰ ਵੇਖ ਕੇ, ਕਿਸੇ ਦਾ ਧਨ ਦੌਲਤ ਵੇਖ ਕੇ, ਕੱਪੜਾ ਲੀੜਾ ਵੇਖ ਕੇ, ਕਿਸੇ ਦਾ ਖਾਣਾ ਵੇਖ ਕੇ, ਕਿਸੇ ਦੀ ਉਸਤਤ ਸੁਣ ਕੇ, ਆਪਣੀ ਨਿੰਦਿਆ ਸੁਣ ਕੇ ਬੰਦਾ ਇਹਨਾਂ ਗੱਲਾਂ ਤੋਂ ਦੁਖੀ ਹੋ ਰਿਹਾ। ਪਰ ਜੇ ਮਨ ਦੇ ਵਿੱਚ ਸਬਰ ਆ ਨਾ ਤਾਂ ਕਿਸੇ ਦੀ ਪਰਵਾਹ ਨਹੀਂ ਹੈ ਸਾਨੂੰ। ਜਿੱਥੇ ਦਾਤਾ ਰੱਖ ਰਿਹਾ ਬਸ ਇਹੀ ਠੀਕ ਹੈ। ਜਿੱਥੇ ਜਿੱਥੇ ਰਹਿ ਰਹੇ ਹੋ ਉਸ ਚੀਜ਼ ਦਾ ਆਨੰਦ ਮਾਣਨਾ ਸਿੱਖੋ, ਉਸੇ ਚੀਜ਼ ਦਾ, ਫਿਰ ਆਨੰਦ ਆਵੇਗਾ। ਜਿੰਨੇ ਕੁ ਹਿਸਾਬ ਦੇ ਨਾਲ ਇਨਕਮ ਹੈ ਬੰਦੇ ਦੀ, ਜੇ ਦਿਹਾੜੀ ਦਾ 500 ਹੈ ਤਾਂ ਉਹਨੂੰ ਆਪਣੇ ਉਸ 100 ਦੇ ਬਰਾਬਰ ਗਣ ਵੀ 100% ਹੈ ਮੇਰੇ ਕੋਲ। ਜੇ ਕਿਸੇ ਦੀ 1000 ਆ ਉਹ ਓਨੇ 'ਚ ਆ। ਜੇ ਕਿਸੇ ਕੋਈ ਵੱਧ ਦਿਨ ਦੇ ਵਿੱਚ ਕਮਾਈ ਕਰਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਨੂੰ ਉੱਥੇ ਜੇ ਸੈਟਲ ਕਰੀ ਬੈਠਾ। ਸੁਖੀ ਕੋਈ ਵੀ ਨਹੀਂ ਹੈ। ਹਰੇਕ ਬੰਦਾ ਜਿਹਦੀ ਜ਼ਿਆਦਾ ਕਮਾਈ ਉਹ ਵੀ ਸੋਚਦਾ ਜੀ ਖਰਚੇ ਮਸਾਂ ਪੂਰੇ ਹੁੰਦੇ ਨੇ, ਜਿਹੜਾ 500 ਕਮਾਉਂਦਾ ਉਹ ਵੀ ਕਰ ਲੈਂਦਾ ਪੂਰੇ। ਆਪਣੇ ਆਪਣੇ ਲੈਵਲ ਦੇ ਹਿਸਾਬ ਦੇ ਨਾਲ ਜਿਹੜਾ ਜਿਉਂਦਾ ਨਾ ਤਾਂ ਠੀਕ ਜਿਉਂ ਰਿਹਾ। ਜਿੱਥੇ ਜਿੱਥੇ ਰਹਿ ਰਹੇ ਆ ਬਸ ਉਹਨੂੰ ਸੌਖੇ ਤਰੀਕੇ ਦੇ ਨਾਲ ਮੰਨਣ ਦਾ ਯਤਨ ਕਰੋ, ਸਿੱਖੋ ਉਹਨੂੰ ਜਿਉਣਾ। ਜੇ ਅਸੀਂ ਦੂਜੇ ਨੂੰ ਵੇਖ ਕੇ ਫਾਹੀ ਲੈਂਦੇ ਰਹੇ ਨਾ ਫਿਰ ਜੀਵਨ ਤਬਾਹ ਹੁੰਦਾ, ਫਿਰ ਦੁਖੀ ਹੁੰਦਾ ਬੰਦਾ, ਫਿਰ ਨੀਂਦਾਂ ਉੱਡਦੀਆਂ ਨੇ। ਦੁਖੀ ਹੋਣਾ ਹੈ, ਕਿਸੇ ਨੂੰ ਵੇਖ ਕੇ ਦੁਖੀ ਹੋਣਾ ਛੱਡੀਏ, ਕਿਉਂਕਿ ਕੋਈ ਹੱਸਦਾ ਤਾਂ ਤੁਹਾਨੂੰ ਦੁੱਖ ਨਹੀਂ ਦੇ ਰਿਹਾ, ਤੁਸੀਂ ਆਪਣੇ ਆਪ ਨੂੰ ਦੁੱਖ ਦੇ ਰਹੇ ਹੋ। ਤੂੰ ਵੀ ਆਪਣੇ ਓਨੇ ਕੁ 'ਚੋਂ ਜਿਉਣਾ ਸਿੱਖ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਿਹੜੀ ਗੱਲ ਆਖ ਰਹੇ ਨੇ ਰਹਾਉ ਵਾਲੇ ਬੰਦ ਦੇ ਵਿੱਚ, ਕਹਿੰਦੇ ਹਰ ਹਰ ਸਿਮਰੋ ਸੰਤ ਗੋਪਾਲਾ। ਰਹਾਉ ਵਾਲਾ ਬੰਦ ਹੈ। ਬਾਕੀ ਸਾਰੀ ਆਪਾਂ ਬੰਦਾਂ ਦੀ ਅਗਲਿਆਂ ਦੀ ਵਿਆਖਿਆ ਸਮਝਦੇ ਹਾਂ। ਕਹਿੰਦੇ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੈ ਕਾਲਾ। ਹਰ ਹਰ ਸਿਮਰੋ ਸੰਤ ਗੋਪਾਲਾ। ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ ਹੇ ਸੰਤ ਜਨੋ।
ਸ੍ਰਿਸ਼ਟੀ ਦਾ ਪਾਲਣਹਾਰ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਪਾਲਣਾ ਕਰਦਾ ਹੈ, ਜਿਹੜਾ ਹਰੇਕ ਨੂੰ ਰਿਜ਼ਕ ਦਿੰਦਾ ਹੈ। ਅਤੇ ਦਿੰਦਾ ਕਿਵੇਂ? ਉਹਦੀ ਮਿਹਨਤ ਮੁਤਾਬਕ। ਜਿੰਨੀ ਬੰਦਾ ਮਿਹਨਤ ਕਰ ਰਿਹਾ ਉਹਦੇ ਮੁਤਾਬਕ ਹੀ ਮਿਲਣਾ ਹੈ ਨਾ ਉਹਨੂੰ। ਜਿੰਨੀ ਬੰਦਾ ਕਰ ਰਿਹਾ, ਪਾਲ ਰਿਹਾ ਉਹ ਸਾਰਿਆਂ ਨੂੰ, ਤੇਰੀ ਮਿਹਨਤ ਮੁਤਾਬਕ ਉਹ ਦੇ ਰਿਹਾ ਹੈ। ਜਿੰਨੀ ਮਿਹਨਤ ਹੈ, ਜਿਹੜਾ ਤੇਰਾ ਕੰਮ ਆ ਉਸ ਮੁਤਾਬਕ ਉਹ ਦੇ ਰਿਹਾ ਹੈ। ਜਿੱਧਰ ਤੇਰੀ ਸੁਰਤ ਹੈ ਉਸ ਮੁਤਾਬਕ ਤੈਨੂੰ ਮਿਲ ਰਿਹਾ ਹੈ। ਹਰ ਹਰ ਸਿਮਰੋ ਸੰਤ ਗੋਪਾਲਾ, ਕਹਿੰਦੇ ਉਸ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ। ਅਤੇ ਸਤਿਗੁਰੂ ਜੀ ਸਿਮਰੀਏ ਕਿਵੇਂ? ਸਾਨੂੰ ਉਹ ਵੀ ਰਾਹ ਦੱਸ ਦੇਵੋ। ਭੁਲੇਖਾ ਹੀ ਨਾ ਕਿਤੇ ਖਾ ਜਾਈਏ ਸਿਮਰਨ ਦਾ, ਵੀ ਕਿਤੇ ਸੋਚੀਏ ਵੀ ਕਿਹੜੀ ਥਾਂ 'ਤੇ ਕੋਈ ਸਿਮਰਨ ਦਾ ਕੋਰਸ ਕਰਾਇਆ ਜਾਂਦਾ ਹੈ, ਕਿੱਥੇ ਕੋਈ ਬ੍ਰਹਮ ਗਿਆਨੀ ਦਾ ਕੋਰਸ ਕਰਾਇਆ ਜਾਂਦਾ ਹੋਵੇ, ਕਿੱਥੇ ਨਾਮ ਜਪਣ ਦਾ ਕੋਰਸ ਕਰਾਇਆ ਜਾਂਦਾ ਹੋਵੇ। ਇਹ ਵੀ ਬੜਾ ਕੁਝ ਚੱਲ ਪੈਂਦਾ ਨਾ। ਇਹ ਵੀ ਤਾਂ ਸਾਨੂੰ ਸਮਝਣਾ ਪੈਣਾ ਵੀ ਸਿਮਰਨ ਹੋਵੇ ਕਿੱਥੇ। ਹਰੇਕ ਥਾਂ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਬਣਾਈ ਬੈਠੇ ਨੇ। ਕੋਈ ਆਪਣਾ ਥਾਂ ਦੱਸਦਾ ਵੀ ਸਾਡਾ ਬਹੁਤਾ ਪਵਿੱਤਰ ਹੈ, ਸਾਡੀ ਥਾਂ ਸੱਚਖੰਡ ਆ, ਸਾਡੀ ਥਾਂ ਇਹ ਕੋਈ ਚੀਜ਼ ਬਣਾਈ ਬੈਠਾ ਹੈ। ਆਪੋ ਆਪਣੇ ਤਰੀਕੇ ਨੇ ਨਾ। ਇੱਕ ਦੂਜੇ ਤੋਂ ਵੱਧ ਕੇ ਤੀਰਥ ਨੇ, ਹਰੇਕ ਆਪਣੇ ਤੀਰਥ ਦੀ ਮਹਾਨਤਾ ਦੱਸਦਾ। ਇੱਥੇ ਫਲਾਣੇ ਬਾਬਾ ਨੇ ਭਗਤੀ ਕੀਤੀ, ਇੱਥੇ ਫਲਾਣੀ ਚੀਜ਼ ਨੇ ਭਗਤੀ ਕੀਤੀ, ਇੱਥੇ ਫਲਾਣੇ ਮਹਾਂਪੁਰਸ਼ ਆਏ। ਕੋਈ ਆਪਣੇ ਡੇਰਿਆਂ ਨੂੰ, ਕੋਈ ਆਪਣੇ ਗੁਰਦੁਆਰਿਆਂ ਨੂੰ ਕੋਈ ਭਗਤੀ ਦਾ ਘਰ ਦੱਸ ਰਿਹਾ, ਕੋਈ ਸੱਚਖੰਡ ਦੱਸ ਰਿਹਾ, ਬੜਾ ਕੁਛ ਕਰ ਰਹੇ ਨੇ। ਤੁਹਾਨੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਤੋਂ ਪੁੱਛੀਏ, ਸਤਿਗੁਰੂ ਸਿਮਰਤਾ ਕਰ ਲਵਾਂਗੇ, ਅਸੀਂ ਸਿਮਰੀਏ ਕਿੱਦਾਂ? ਉਹ ਵੀ ਤਾਂ ਸਾਨੂੰ ਦੱਸ ਦਿਓ ਨਾ। ਇੱਥੇ ਤਾਂ ਬੜੇ ਬਣੇ ਬੈਠੇ ਨੇ, ਸਾਨੂੰ ਵੀ ਥਾਂ ਕੋਈ ਦੱਸੋ ਕਿਹੜੀ? ਆਪੋ ਆਪਣੇ ਸਾਰੇ ਬਣਾਈ ਬੈਠੇ ਨੇ। ਕਹਿੰਦੇ ਸਾਧ ਸੰਗ ਮਿਲ ਨਾਮ ਤੇ ਆਵੋ, ਗੁਰੂ ਦਾ ਸੰਗ ਕਰੋ। ਗੁਰੂ ਦਾ ਸੰਗ ਕਰਕੇ ਨਾਮ ਤੇ ਆਉਣਾ ਹੈ। ਕਿਸੇ ਬੰਦੇ ਨੂੰ, ਕਿਸੇ ਮਹਾਂਪੁਰਸ਼ ਨੂੰ, ਕਿਸੇ ਅਖੌਤੀ ਬਾਬੇ ਸਾਧ ਦਾ ਸੰਗ ਕਰਕੇ ਨਾਮ ਨਹੀਂ ਧਿਆਇਆ ਜਾਂਦਾ ਹੁੰਦਾ। ਜੇ ਸਿਮਰਨ ਕਰਨਾ ਹੈ ਤਾਂ ਗੁਰੂ ਨੂੰ ਜੁੜ, ਗੁਰੂ ਦੇ ਨਾਲ ਮਿਲ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਘਾਲਾ। ਉਹਦੇ ਨਾਲ ਜੁੜ ਕੇ, ਗੁਰੂ ਦੇ ਨਾਲ ਜੁੜ ਕੇ ਨਾਮ ਸਿਮਰਨ ਕਰ, ਪੂਰਨ ਹੋਵੇ ਘਾਲਾ। ਜਿਉਣਾ ਸਫਲ ਹੋ ਜਾਣਾ ਤੇਰਾ, ਸਫਲ ਹੋ ਜਾਣਾ। ਇਹੀ ਮਿਹਨਤ ਕਰ ਰਿਹਾ ਨਾ ਵੀ ਜਿਉਣਾ ਸਫਲ ਹੋਵੇ। ਸਿਮਰਨ ਚਿੱਤ ਵਿੱਚ ਲੈ ਆਇਆ ਤਾਂ ਜਿਉਣਾ ਸਫਲ ਹੋ ਜਾਣਾ। ਮਤਲਬ ਉਹਦਾ ਅਰਥ ਕੀ ਨਿਕਲੇਗਾ ਵੀ ਜਿੱਥੇ ਜਿਉ ਰਿਹਾ, ਜਿੰਨੀ ਮਿਹਨਤ ਕਰ ਰਿਹਾ, ਉਹਦੇ ਵਿੱਚ ਸਬਰ ਕਰਨਾ ਆ ਜਾਣਾ ਤੈਨੂੰ। ਭਾਵੇਂ 500 ਆ, ਭਾਵੇਂ 1000 ਆ, ਸਬਰ ਕਰਨਾ ਆ ਜਾਣਾ ਉਹਦੇ 'ਚ, ਸੰਤੋਖ ਆ ਜਾਣਾ। ਸਾਧ ਸੰਗ ਮਿਲ ਨਾਮ ਤੇ ਆਵੋ, ਆਹ ਹੈ ਨਾਮ ਤੇ ਆਉਣ ਦਾ ਤਰੀਕਾ। ਸਾਧ ਸੰਗ ਮਿਲ, ਗੁਰੂ ਦੇ ਨਾਲ ਜੁੜ ਕੇ ਨਾਮ ਤੇ ਆ। ਨਾਮ ਤੇ ਆਉਣ ਦਾ ਮਤਲਬ ਪ੍ਰਮਾਤਮਾ ਦੇ ਗੁਣ ਗਾਉਣਾ, ਤੇ ਗੁਣ ਗਾਉਣਾ ਮਤਲਬ ਗੁਣ ਜਿਉਣਾ। ਹੁਣ ਇੱਥੇ ਆਪਾਂ ਬੈਠੇ ਹਾਂ, ਜੇ ਆਪਾਂ ਸੋਚੀਏ ਵੀ ਗੁਰੂ ਸਾਹਿਬ ਜੀ ਸਾਨੂੰ ਨਾਮ ਤੇ ਆਉਣਾ ਸਿਖਾਓ, ਗੁਰੂ ਕੋਲ ਆ ਕੇ ਪੁੱਛੀਏ, ਗੁਰਬਾਣੀ ਪੜ੍ਹੀਏ ਵੀ ਸਤਿਗੁਰੂ ਜੀ ਸਾਨੂੰ ਨਾਮ ਤੇ ਆਉਣਾ ਸਿਖਾਓ। ਕਿ ਗੁਰੂ ਗ੍ਰੰਥ ਸਾਹਿਬ ਇਹ ਕਹਿਣਗੇ ਵੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀ ਚੱਲ? ਕਦੇ ਵੀ ਨਹੀਂ। ਜਾਂ ਗੁਰਬਾਣੀ ਇਹ ਕਵੇ ਕਿ ਬੈਠ ਕੇ ਮੰਨ ਲਓ ਸਤਨਾਮ ਸਤਨਾਮ ਰਾਮ ਰਾਮ ਕਰੀ ਚੱਲ, ਅੱਲਾ ਅੱਲਾ ਕਰੀ ਚੱਲ? ਨਹੀਂ। ਗੁਰਦੇਵ ਜੀ ਕਹਿੰਦੇ ਨਾਮ ਤੇ ਆਉਣਾ ਹੈ ਤਾਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ। ਤੇਰੀ ਜ਼ੁਬਾਨ ਤੋਂ ਨਹੀਂ, ਤੇਰੀ ਬਾਡੀ ਲੈਂਗੁਏਜ ਦੱਸੇ, ਤੇਰੀ ਸਰੀਰਕਤਾ ਹਰਕਤਾਂ ਦੱਸਣ, ਤੇਰੇ ਕੰਮ ਕਾਜ ਕਰਨ ਦਾ ਤਰੀਕਾ ਦੱਸੇ ਵੀ ਇਹ ਬੰਦਾ ਨਾਮ ਤੇ ਆਉਣ ਵਾਲਾ ਹੈ। ਤੇਰੀ ਜ਼ੁਬਾਨ ਦੱਸੇ, ਤੇਰਾ ਰਹਿਣ ਸਹਿਣ ਦਾ ਢੰਗ ਤਰੀਕਾ ਦੱਸੇ ਵੀ ਇਹ ਬੰਦਾ ਨਾਮ ਤੇ ਆਉਣ ਵਾਲਾ ਹੈ, ਵੀ ਇਹ ਨਿਤਨੇਮੀ ਬੰਦਾ ਹੈ। ਪੈਂਦਾ ਨਾ ਫਰਕ? ਆਹ ਹੈ ਨਾਮ ਤੇ ਆਉਣਾ। ਇਹ ਕਹਿੰਦੇ ਨੇ ਗੁਰੂ ਦੇ ਨਾਲ ਮਿਲ ਕੇ ਨਾਮ ਤੇ ਆਵੋ। ਅਤੇ ਇਹ ਨਾਮ ਤੁਸੀਂ ਕਦੇ ਵੀ ਛੱਡ ਨਹੀਂ ਸਕਦੇ, ਹਰ ਪਲ ਤੇ ਆਵੋਗੇ। ਜੇ ਆਹ ਨਾਮ ਆ ਗਿਆ ਤੇ ਆਉਣਾ ਸਾਨੂੰ ਕੁਛ ਪਲ ਲਈ ਨਹੀਂ ਹੈ। ਕਹਿੰਦੇ ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਘਾਲਾ। ਗੁਰੂ ਦੇ ਨਾਲ ਜੁੜ ਕੇ, ਅਤੇ ਗੁਰੂ ਦੇ ਨਾਲ ਜੁੜਨ ਦਾ ਮਤਲਬ ਸਿਰਫ ਅਸੀਂ ਗੁਰਦੁਆਰੇ ਆ ਕੇ ਨਹੀਂ ਜੁੜ ਸਕਦੇ, ਘਰੇ ਬੈਠਿਆਂ ਵੀ ਜੁੜ ਸਕਦੇ ਹਾਂ, ਕੰਮ ਕਾਜ ਕਰਦਿਆਂ ਵੀ ਜੁੜ ਸਕਦੇ ਹਾਂ, ਦਿਹਾੜੀ ਕਰਦਿਆਂ, ਘਰ ਦੇ ਕੰਮ ਕਰਦਿਆਂ, ਦੁਕਾਨਦਾਰੀ ਚਲਾਉਂਦਿਆਂ ਵੀ, ਪੜ੍ਹਾਈ ਕਰਦਿਆਂ ਵੀ ਪਰਮਾਤਮਾ ਜੀ ਨੂੰ ਸੁਰਤ ਵਿੱਚ ਟਿਕਾ ਸਕਦੇ ਹਾਂ ਵੀ ਉਹ ਮੇਰਾ ਗੁਰੂ ਕਹਿੰਦਾ ਏ
ਵੀ ਜਿਹੜਾ ਕੰਮ ਕਰ ਰਿਹਾ ਇਮਾਨਦਾਰੀ ਦੇ ਨਾਲ ਕਰ, ਇਹ ਵੀ ਨਾਮ ਤੇ ਆਉਣਾ। ਪੜ੍ਹਾਈ ਕਰਨੀ ਇਮਾਨਦਾਰੀ ਦੇ ਨਾਲ ਕਰ, ਮਿਹਨਤ ਕਰਨੀ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ, ਇਲਾਜ ਕਰਨਾ ਹੈ ਕਿਸੇ ਦਾ ਇਮਾਨਦਾਰੀ ਦੇ ਨਾਲ। ਆਹ ਹੈ ਨਾਮ ਤੇ ਆਉਣਾ। ਆਹ ਸਿਖਾਉਂਦੀ ਹੈ ਬਾਬੇ ਨਾਨਕ ਦੀ ਬਾਣੀ ਸਾਨੂੰ ਧਿਆਉਣਾ। ਅਤੇ ਜਦੋਂ ਆਹ ਨਾਮ ਧਿਆਉਣ ਲੱਗ ਪਏ ਤਾਂ ਵੇਖੋ ਇਮਾਨਦਾਰੀ ਹੋ ਜਾਣੀ ਹੈ ਸਾਰੇ ਪਾਸੇ, ਸਚਿਆਰ ਲੋਕ ਹੋ ਜਾਣਗੇ ਸਾਰੇ। ਅਤੇ ਜੇ ਜੀਵਨ ਵਿੱਚ ਨਾ ਹੋਇਆ, ਇਕੱਲੀ ਜ਼ੁਬਾਨ ਤੋਂ ਹੀ ਜਪਦਾ ਰਿਹਾ, ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ। ਕਪਟ ਉਵੇਂ ਮਨ ਵਿੱਚ ਰਹਿ ਗਿਆ ਅਤੇ ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਘੰਟਾ, ਇਹਦਾ ਕੋਈ ਫਾਇਦਾ ਨਹੀਂ ਨਾ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ, ਕੁਰਲੀਆਂ ਹੀ ਕਰੀ ਗਏ, ਅੰਦਰ ਤੱਕ ਲੰਘਾਏ, ਇਹਨਾਂ ਦਾ ਫਾਇਦਾ ਕਿ ਪਿਆਸ ਥੋੜ੍ਹੀ ਬੁੱਝ ਜਾਣੀ। ਉਹਨੂੰ ਚਿੱਤ 'ਚ ਵਸਾ। ਅਤੇ ਨਾਮ ਸਿਮਰਨ ਜਾਂ ਨਾਮ 'ਤੇ ਆਉਣਾ। ਮੈਂ ਇਹ ਗੱਲ ਸੋਚਦਾ ਨਾ ਵੀ ਗੁਰਬਾਣੀ ਪੜ੍ਹਨਾ ਵੀ ਨਾਮ 'ਤੇ ਆਉਣਾ ਹੀ। ਜੇ ਬੰਦਾ ਨਿਤਨੇਮ ਵੀ ਕਰ ਰਿਹਾ ਨਾ, ਜਪਜੀ ਵੀ ਕਰ ਰਿਹਾ, ਨਾਮ 'ਤੇ ਆਉਣਾ ਹੀ ਹੈ ਵੀ। ਅਤੇ ਉਹ ਨਾਮ 'ਤੇ ਆਏ ਹੋਏ ਨੂੰ ਚਿੱਤ 'ਚ ਵਸਾ ਲੈ। ਕੋਈ ਵੱਖਰਾ ਤਰੀਕਾ ਥੋੜ੍ਹੀ ਹੈ ਵੀ ਅਸੀਂ ਟਾਈਮ ਖਰਾਬ ਕਰੀਏ ਵੀ ਅਲੱਗ ਬੈਠ ਕੇ, ਅਤੇ ਉਹਨੂੰ ਧਿਆ। ਠੀਕ ਹੈ, ਬੰਦਾ ਸ਼ੁਰੂਆਤ ਜਦੋਂ ਕਰਦਾ ਹੈ ਨਾ, ਹੌਲੀ ਹੌਲੀ ਕਰਦਾ, ਹੌਲੀ ਹੌਲੀ ਖਿੱਚ ਹੋਣੀ ਚਾਹੀਦੀ ਅੱਗੇ ਵਧਣ ਦੀ। ਹੁਣ ਜਿਹੜਾ ਬੰਦਾ ਮੰਨ ਲਓ ਵੀ 20 ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ, ਉਹਨੂੰ ਪੁੱਛੀਏ ਵੀ ਸਿੱਖ ਕੀ ਲਿਆ, ਕਹਿੰਦਾ ਜੀ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰ ਲੈਣਾ। ਹੁਣ ਇਹ ਤੇਰਾ ਜ਼ਿੰਦਗੀ ਦੀ ਗਤੀ ਥੋੜ੍ਹੀ ਹੈ ਵੀ 20 ਸਾਲ ਹੋ ਗਏ ਅਜੇ ਤੱਕ ਸਿੱਖਿਆ ਵਾਹਿਗੁਰੂ ਹੈ ਤੂੰ। ਇਦੋਂ ਅੱਗੇ ਵੀ ਤਾਂ ਵਧਣਾ ਸੀ ਨਾ। ਗੁਰਬਾਣੀ ਹਰ ਰੋਜ਼ ਜਾਣਾ ਹੈ। ਹੁਣ ਨੂੰ ਤਾਂ ਮੂਲ ਮੰਤਰ ਜਪਜੀ ਤੇਰੇ ਕੰਠ ਜਵਾਨੀ ਹੋ ਜਾਣਾ ਚਾਹੀਦਾ ਏ। ਅਗਲੀਆਂ ਬਾਣੀਆਂ ਕਦੋਂ ਸਿੱਖਣੀਆਂ ਨੇ? ਹੁਣ ਇਹ ਥੋੜ੍ਹੀ ਵੀ ਦਾਖਲਾ ਲੈ ਲਿਆ ਅਤੇ ਖੜ੍ਹ ਉੱਥੇ ਗਿਆ। ਸਿਲੇਬਸ ਵੀ ਤਾਂ ਪੜ੍ਹਨਾ ਪੈਂਦਾ ਹੈ ਨਾ। ਜੇ ਬੰਦਾ ਅਨਪੜ੍ਹ ਵੀ ਹੈ, ਸੁਣਨਾ ਤਾਂ ਆਉਂਦਾ ਹੀ ਹੈ ਨਾ ਉਹਨੂੰ। ਅਤੇ ਜਿੰਨਾ ਜਿੰਨਾ ਸੁਣੋਗੇ ਜ਼ੁਬਾਨ 'ਤੇ ਚੜ੍ਹ ਜਾਂਦਾ। ਇਹ ਨਹੀਂ ਹੁੰਦਾ ਵੀ ਅਨਪੜ੍ਹ ਕਦੇ ਸਿੱਖ ਨਹੀਂ ਸਕਦਾ ਹੁੰਦਾ। ਬੋਲ ਜਿਵੇਂ ਦੇ ਸੁਣੀ ਜਾਵੋਗੇ ਜ਼ੁਬਾਨ ਚੱਲ ਲੱਗ ਪੈਂਦੀ ਹੈ। ਅੱਗੇ ਵੀ ਵਧੋ। ਕੱਲਾ ਇੱਥੋਂ ਤੱਕ ਥੋੜ੍ਹੀ ਖੜਾ ਕੇ ਰੱਖਣਾ ਹੈ ਵੀ ਹਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੀਏ। ਅੱਗੇਲਾ ਸਿਲੇਬਸ ਖੋਲ੍ਹੋ ਵੀ ਜਪ ਬਾਣੀ ਕਹਿੰਦੀ ਕੀ ਹੈ। ਅੱਗੇ ਵੇਖੋ ਵੀ ਆਨੰਦ ਬਾਣੀ ਕਹਿੰਦੀ ਕੀ ਹੈ। ਸਤਿਗੁਰ ਦੀ ਬਾਣੀ ਦੇ ਵਿੱਚ ਜਿਹੜੇ ਸ਼ਬਦ ਆਏ ਨੇ ਆਖ ਕੀ ਰਹੇ ਨੇ, ਉਹਨੂੰ ਫਿਰ ਕਮਾਓ। ਇਹ ਹੈ ਅਗਲੇਰੀ ਪੜ੍ਹਾਈ। 20 ਸਾਲ ਹੋ ਗਏ ਖੜਾ ਉੱਥੇ ਹੀ ਗੁਰਦੁਆਰੇ ਹਰ ਰੋਜ਼ ਜਾਂਦਾ, ਤੈਨੂੰ ਇਤਿਹਾਸ ਬਾਰੇ ਕੀ ਨੌਲੇਜ ਹੈ? ਨਹੀਂ ਪਤਾ ਜੀ। ਬਾਣੀ ਬਾਰੇ ਕੀ ਪਤਾ? ਨਹੀਂ ਪਤਾ ਜੀ। ਕਿੰਨੇ ਭਗਤਾਂ ਦੀ ਕਿੰਨੇ ਗੁਰੂਆਂ ਦੀ ਬਾਣੀ? ਨਹੀਂ ਪਤਾ। ਇਹਦਾ ਫਿਰ ਅਨਪੜ੍ਹਤਾ ਹੀ ਹੈ ਨਾ। ਕੁਝ ਸਿੱਖਿਆ ਨਹੀਂ। ਗੁਰੂ ਹਰ ਰੋਜ਼ ਸਿਖਾਉਂਦਾ। ਜਿੱਦਾਂ ਹੁਣ ਅਸੀਂ ਆਪਾਂ ਬੈਠੇ ਹਾਂ, ਕਲਾਸ ਲੱਗਦੀ ਹੈ, ਹਰ ਰੋਜ਼ ਆਉਂਦੇ ਹਾਂ। ਜਿਹੜੇ ਤਾਂ ਪੜ੍ਹੇ ਲਿਖੇ ਨੇ, ਜਿਹੜੀ ਸ਼ਬਦ ਦੀ ਵਿਚਾਰ ਹੋਈ, ਖੋਲ੍ਹ ਕੇ ਵੇਖਿਆ ਕਰੋ ਵੀ ਹਾਂ ਗੱਲ ਕੀ ਹੈ। ਹਰ ਰੋਜ਼ ਨਵੀਂ ਪੜ੍ਹਾਈ ਹੋ ਰਹੀ ਹੈ। ਸਕੂਲ ਦੇ ਵਿੱਚ ਬੱਚਾ ਜਾਂਦਾ ਸਾਲ ਤੱਕ, ਉਹ ਤਾਂ ਹੀ ਪਹੁੰਚਦਾ ਨਾ ਜਦੋਂ ਸਾਰੀ ਕਿਤਾਬ ਪੂਰੀ ਹੋ ਜਾਂਦੀ ਹੈ, ਫੇਰ ਹੀ ਹੈ। ਕਿਤਾਬ ਦੀ ਕੋਈ ਪੜ੍ਹਾਈ ਕਰਾਵੇ ਨਾ, ਪਹਿਲੇ ਦਿਨ ਜਿਹੜਾ ਪੜ੍ਹਿਆ ਸੀ ਅਖੀਰ ਤੱਕ ਉਹੀ ਹਰ ਰੋਜ਼ ਪੜ੍ਹਦਾ ਰਹੇ, ਕਦੇ ਪਾਸ ਨਹੀਂ ਹੋ ਸਕਦਾ। ਹੁਣ ਪੇਪਰਾਂ 'ਚ ਕਿਹੜਾ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਵੀ ਐਂ ਵੀ ਕਰਨਾ, ਵੀ ਆਹ ਵੀ ਕਰਨਾ ਹੁੰਦਾ। ਅਤੇ ਹੁਣ ਤਾਂ ਹੀ ਸਾਡੀਆਂ ਇੱਥੇ ਹੀ ਨੇ ਨਾ ਜਦੋਂ ਅਸੀਂ ਪੜ੍ਹਦੇ ਨੇ। ਜਦੋਂ ਅਸੀਂ ਕਹਿੰਦੇ ਵੀ ਬੁੜਾ ਹੋ ਗਿਆ ਨਹੀਂ ਅੰਮ੍ਰਿਤ ਛਕ ਤੇ ਅਜੇ ਤੱਕ ਮੜੀ 'ਤੇ ਜਾਣੇ, ਕਬਰ ਤੋਂ ਜਾਣੇ, ਛੱਡਿਆ ਹੀ ਨਹੀਂ ਇਹਨੇ, ਅਤੇ ਉਹ ਅਨਪੜ੍ਹਤਾ ਹੀ ਹੈ ਨਾ। ਹੁਣ ਵੀ ਧਿਆਨ ਦਿੱਤਾ ਹੀ ਨਹੀਂ ਗੁਰੂ ਵਾਲੇ ਪਾਸੇ, ਇਕੱਲਾ ਮੱਥਾ ਟੇਕ ਕੇ ਮੁੜਿਆ ਆਉਂਦਾ ਰਿਹਾ, ਮੰਨ ਲਓ ਹਾਜ਼ਰੀ ਜੀ ਲਵਾ ਕੇ ਮੁੜਿਆ ਆਉਂਦਾ ਰਿਹਾ, ਪੜ੍ਹਿਆ ਹੈ ਨਹੀਂ। ਅਤੇ ਇਹਨੂੰ ਵਿਚਾਰਨਾ ਵੀ ਤਾਂ ਅੱਗੇ ਲਾਜ਼ਮੀ ਹੈ। ਠੀਕ ਹੈ ਵੀ ਜਦੋਂ ਅਸੀਂ ਕਹਿ ਦਿੰਦੇ ਵੀ ਸਾਡੇ ਕੋਲ ਸਾਨੂੰ ਪੜ੍ਹਨਾ ਨਹੀਂ ਆਉਂਦਾ, ਠੀਕ ਹੈ, ਨਹੀਂ ਪੜ੍ਹਾਈ ਕੀਤੀ, ਸੁਣਨਾ ਤਾਂ ਆਉਂਦਾ ਹੋਣਾ ਨਾ। ਸੁਣਨਾ ਤਾਂ ਸਾਨੂੰ ਆਉਂਦਾ ਹੈ ਨਾ। ਅਤੇ ਜਿਹੜਾ ਸੁਣਾਇਆ ਜਾ ਰਿਹਾ ਵੀ ਉਹ 'ਤੇ ਕਿੰਨਾ ਕੁ ਖੜ੍ਹਦੇ ਹਾਂ ਅਸੀਂ। ਠੀਕ ਹੈ ਵੀ ਪੜ੍ਹਨ ਵਾਲਿਆਂ ਦਾ ਠੀਕ ਹੈ ਵੀ ਪੜ੍ਹਨ ਦਾ ਨਹੀਂ ਟਾਈਮ ਹੋਣਾ, ਸੁਣਨ ਤਾਂ ਅਸੀਂ ਸਕਦੇ ਹਾਂ ਨਾ। ਸੁਣ ਰਹੇ ਹਾਂ, ਵਿਚਾਰ ਪਹੁੰਚ ਰਹੀ ਹੈ, ਅਰਥਾਂ ਸਮੇਤ ਗੱਲ ਹੁੰਦੀ ਹੈ, ਫਰਮਾਨਾਂ ਸਮੇਤ ਗੱਲ ਹੁੰਦੀ ਹੈ ਵੀ ਗੁਰਬਾਣੀ ਆਹ ਗੱਲ ਆਖਦੀ ਹੈ। ਅਤੇ ਪਰ ਉਹ ਜਦੋਂ ਇਮਤਿਹਾਨ ਹੋਵੇ ਬੰਦਾ ਉਦੋਂ ਹੋ ਜਾਵੇ ਫੇਲ। ਜਦੋਂ ਕਿਸੇ ਦੇ ਪਿੱਛੇ ਲੱਗ ਕੇ ਬੰਦਾ ਚੜ੍ਹ ਟਰਾਲੀ ਪਹੁੰਚ ਗਿਆ ਕਿਸੇ ਡੇਰੇ ਦੇ, ਕਿਸੇ ਬਾਬੇ ਦੇ, ਕਿਸੇ ਮੇਲੇ 'ਤੇ, ਹੁਣ ਉੱਥੇ ਗੁਰੂ ਦੀ ਗੱਲ ਜੇ ਦਿਮਾਗ 'ਚ, ਫਿਰ ਤਾਂ ਪਤਾ ਲੱਗ ਜਾਣਾ ਵੀ ਨਹੀਂ ਮੱਥਾ ਟੇਕਣਾ ਮੈਂ ਕਿਤੇ ਵੀ, ਨਹੀਂ ਮੰਨਣਾ ਮੈਂ ਕਿਸੇ ਨੂੰ। ਪਰ ਇਕੱਲੀ ਹਾਜ਼ਰੀ ਲਵਾ ਕੇ ਮੁੜ ਗਿਆ ਅਤੇ ਪਤਾ ਕੱਖ ਨਹੀਂ ਲੱਗਿਆ, ਇਹਦਾ ਫਿਰ ਅਨਪੜ੍ਹਤਾ ਹੀ ਨੇ। ਭਾਵੇਂ ਬੜਾ ਕੁਛ ਇੱਥੇ ਬੁਰਾ ਹਾਲ ਆ। ਬੰਦੇ ਪੁਰਾਣੇ ਨੇ, ਬੜੇ ਕੇਸਾ ਧਾਰੀ, ਦਸਤਾਰਾ ਬਣ ਗਾਤਰੇ ਪਾ ਕੇ ਵੀ ਬੜਾ ਕੁਛ ਕਰਦੇ ਨੇ, ਬਹੁਤ ਕੁਛ ਕਰਦੇ ਨੇ।
ਹੁਣ ਇਹ ਕਿਤੇ ਦੋਸ਼ ਮੜੀਏ, ਕਿਹਨੂੰ ਕਹੀਏ? ਜਾਂ ਸਿੱਖੀ 'ਚ ਕਮੀ ਹੈ ਜਾਂ ਬੰਦਿਆਂ 'ਚ ਕਮੀ ਹੈ? ਤਾਂ ਸਤਿਗੁਰੂ ਕਹਿੰਦੇ ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਗੁਰੂ ਦੀ ਸਿੱਖਿਆ ਚਿੱਤ 'ਚ ਵਸਾਲਾ, ਜਿਉਣਾ ਸਫਲ ਹੋ ਜਾਣਾ, ਨਹੀਂ ਤਾਂ ਹਰੇਕ ਥਾਂ 'ਤੇ ਬਸ ਗੇੜੇ ਹੀ ਨੇ। ਇੱਥੇ ਵੀ ਜਿਵੇਂ ਗੇੜਾ ਦੇ ਗਿਆ, ਬਾਕੀ ਥਾਵਾਂ 'ਤੇ ਵੀ ਗੇੜੇ ਹੀ ਨੇ। ਗੁਰਦੁਆਰਾ ਵੀ ਉਵੇਂ ਦਾ ਬਣਾ ਲਿਆ ਜਿਵੇਂ ਬਾਕੀ ਥਾਵਾਂ 'ਤੇ ਤੁਰੇ ਫਿਰਦੇ ਵੀ ਉੱਧਰ ਵੀ ਜਾਣਾ ਅਤੇ ਸਵੇਰੇ ਗੁਰਦੁਆਰੇ ਜਾਈਦੇ ਅਤੇ ਸ਼ਾਮ ਨੂੰ ਕਿਤੇ ਹੋਰ, ਦੁਪਹਿਰੇ ਕਿਤੇ ਹੋਰ। ਉਹ ਗੱਲਾਂ ਛੱਡਣੀਆਂ ਪੈਣਗੀਆਂ, ਸਿੱਖਣਾ ਪੈਣਾ ਕੁਛ। ਗੁਰਦੁਆਰੇ ਆਉਣ ਦਾ ਮਤਲਬ ਕੁਝ ਸਿੱਖੀਏ। ਵੀ ਗੁਰੂ ਆਖਦਾ ਕਿ ਜੇ ਪੜ੍ਹਨਾ ਨਹੀਂ ਆਉਂਦਾ, ਸਾਨੂੰ ਸੁਣਨਾ ਤਾਂ ਹਰੇਕ ਨੂੰ ਹੀ ਆਉਂਦਾ ਹੈ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਾਲ ਨਾਮ ਧਿਆਵੋ, ਪੂਰਨ ਹੋਵੇ ਕਾਲਾ ਰਹਾਓ। ਅਤੇ ਅੱਗੇ ਗੁਰਦੇਵ ਜੀ ਆਖਦੇ ਨੇ, ਕਹਿੰਦੇ ਜਾ ਕੇ ਸਿਮਰਨ ਸਭ ਕੁਛ ਪਾਈਐ। ਜਿਹਦੇ ਸਿਮਰਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਬਿਰਥੀ ਘਾਲ ਨਾ ਜਾਈ। ਸਭ ਕੁਛ ਪ੍ਰਾਪਤ ਹੋਣ ਦਾ ਮਤਲਬ ਇਹ ਆ ਵੀ ਸਬਰ ਆ ਜਾਂਦਾ ਹੈ, ਕਿਉਂਕਿ ਮਨ ਦੀ ਭੁੱਖ ਤਾਂ ਕਦੇ ਮਿਟਦੀ ਨਹੀਂ। ਪਰ ਜਿਹਦੇ 'ਚ ਸਬਰ ਹੋਵੇਗਾ ਉਹ ਬੰਦਾ ਕਹੇਗਾ ਜੀ ਰੱਬ ਦਾ ਦਿੱਤਾ ਸਭ ਕੁਛ ਹੀ ਹੈ, ਜਿਹਦੇ ਵਿੱਚ ਸਬਰ ਆ। ਪਰ ਜਿਹਦੇ ਵਿੱਚ ਸਬਰ ਨਹੀਂ, ਭੁੱਖ ਬੰਦਾ ਹੀ ਕਰਦਾ ਰਹਿੰਦਾ, ਭਾਵੇਂ ਮਹੀਨੇ ਦੀ ਲੱਖ ਤਨਖਾਹ ਕਿਉਂ ਨਾ ਹੋਵੇ, 60-70 ਕਿ 1000 ਕਿਉਂ ਨਾ ਹੋਵੇ, ਉਹ ਵੀ ਕਹਿੰਦਾ ਜੀ ਮਸਾਂ ਹੀ ਟਾਈਮ ਪੂਰਾ ਹੁੰਦਾ। ਬਿਰਥੀ ਘਾਲ ਨਾ ਜਾਈ। ਨਾਮ ਸਿਮਰਿਆ ਹੋਇਆ, ਰੱਬ ਨੂੰ ਆਰਾਧਿਆ ਹੋਇਆ ਤੇਰੇ ਵਿੱਚ ਸੰਤੋਖ ਪੈਦਾ ਕਰ ਦੇਵੇਗਾ। ਤੇਰੀਆਂ ਆਸਾਂ ਸਾਰੀਆਂ ਪੂਰੀਆਂ ਹੋ ਜਾਣੀਆਂ। ਜਿਹਨੂੰ ਆਪਾਂ ਪਾਵਨ ਗੁਰਬਾਣੀ ਵਿੱਚ ਪੜ੍ਹਦੇ ਹਾਂ ਨਾ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਹਨੇ ਇੱਛਾ ਸਭ ਪੁਜਾਈਆਂ। ਸ਼ਾਂਤੀ ਆ ਗਈ ਤਾਂ ਸਾਰੀਆਂ ਇੱਛਾਵਾਂ ਹੀ ਮੁੱਕ ਗਈਆਂ। ਕਹਿੰਦੇ ਜੀ ਬਸ ਨਾਮ ਵਸ ਗਿਆ, ਜਿੰਨਾ ਕੋ ਦਾਤਾ ਦੇ ਰਿਹਾ ਬਸ ਬਹੁਤ ਆ, ਉਹਨਾਂ ਕੀ ਸਬਰ ਆ, ਸੰਤੋਖ ਆ, ਬਹੁਤ ਕੁਛ ਦੇਤਾ ਉਹਨੇ। ਆਹ ਚੀਜ਼ ਧਾਰਨ ਕਰਨੀ ਆ, ਫਿਰ ਇੱਛਾਵਾਂ ਪੂਰੀਆਂ ਹੋਣਗੀਆਂ। ਜਾ ਕੇ ਸਿਮਰਨ ਸਭ ਕੁਛ ਪਾਈਐ, ਬਿਰਥੀ ਕਾਲ ਨਾ ਜਾਈ। ਅਤੇ ਅੱਗੇ ਗੁਰਦੇਵ ਜੀ ਕਹਿੰਦੇ ਤਿਸ ਪ੍ਰਭ ਤਿਆਗ। ਉਸ ਪ੍ਰਭ ਨੂੰ ਛੱਡ ਕੇ ਅਵਰ ਕਤ ਰਾਜੋ। ਹੋਰਾਂ ਦੇ ਵਿੱਚ ਕਿਉਂ ਰੰਗਦੇ ਹੋ? ਜੋ ਸਭ ਮੈਂ ਰਿਹਾ ਸਮਾਈ, ਜੋ ਸਾਰਿਆਂ 'ਚ ਸਮਾਇਆ, ਉਹਨੂੰ ਛੱਡ ਕੇ ਤੁਸੀਂ ਹੋਰਾਂ ਦੇ ਲੜ ਲੱਗੇ ਹੋਏ ਹੋ। ਇਹ ਕਿਉਂ ਹੈ? ਅਵਰ ਕਤ ਰਾਜੋ, ਹੋਰਾਂ ਦੇ ਨਾਲ ਕਿਉਂ ਲੱਗਦੇ ਹੋ? ਜਿਹਦੇ ਨਾਲ ਜੁੜ ਕੇ ਸਭ ਕੁਛ ਮਿਲ ਜਾਂਦਾ, ਸਬਰ ਸੰਤੋਖ ਆ ਜਾਂਦਾ, ਸਾਰੇ ਡਰ ਚਿੰਤਾਵਾਂ ਫਿਕਰ ਦੂਰ ਹੋ ਜਾਂਦੇ ਨੇ। ਉਸ ਰੱਬ ਨੂੰ ਛੱਡ ਕੇ ਤੁਸੀਂ ਹੋਰ ਕਿਤੇ ਤੁਰੇ ਫਿਰਦੇ ਹੋ, ਬਹੁਤ ਗਲਤ ਆ। ਇਹਦੇ ਨਾਲ ਜੀਵਨ ਨਹੀਂ ਸਫਲ ਹੋ ਜਾਂਦਾ। ਥਾਂ ਥਾਂ 'ਤੇ ਨੱਕ ਰਗੜ ਦੇ ਨਾਲ ਹੋਣਾ ਉਹ ਸਫਲ ਤਾਂ ਹੈ ਜੇ ਇੱਕਦਾ ਹੋ ਕੇ ਚੱਲੇਗਾ। ਅਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਅਖੀਰਲੇ ਬੰਦ ਵਿੱਚ ਗੱਲ ਆਖਦੇ ਨੇ, ਕਹਿੰਦੇ ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ। ਜਿਹੜਾ ਪਰਮਾਤਮਾ ਸਾਰ ਲੈਂਦਾ ਹੈ, ਨਿਤ ਪ੍ਰਤਪਾਲਣਾ ਕਰਦਾ ਹੈ ਸਾਡੀ, ਪ੍ਰੇਮ ਸਹਿਤ ਗਲ ਲਾਵੈ। ਕਹਿੰਦੇ ਪ੍ਰੇਮ ਨਾਲ ਆਪਣੇ ਗਲੇ ਲਾਉਂਦਾ ਹੈ ਉਹ। ਜੇ ਕੋਈ ਲੱਗਣਾ ਚਾਹਵੇ ਤਾਂ, ਜੇ ਅਸੀਂ ਭੱਜੀਏ ਗੁਰੂ ਤੋਂ ਫਿਰ ਉਹ ਗਲੇ ਥੋੜ੍ਹੀ ਲਾ ਸਕਦਾ। ਜੇ ਅਸੀਂ ਭੱਜੀਏ, ਪ੍ਰੇਮ ਸਹਿਤ ਗਲ ਲਾਵੇ, ਉਹ ਤਾਂ ਪ੍ਰੇਮ ਦੇ ਨਾਲ ਗਲੇ ਲਾਉਣ ਨੂੰ ਤਿਆਰ ਹੈ ਜੇ ਅਸੀਂ ਲੱਗੀਏ ਤਾਂ। ਪਰ ਅਸੀਂ ਤਾਂ ਪਿੱਛਾ ਛਡਾਉਂਦੇ ਹਾਂ, ਭੱਜਦੇ ਹਾਂ ਅਸੀਂ ਤਾਂ। ਸਾਨੂੰ ਕਿਤੇ ਬੈਠਣ ਨੂੰ ਨਾ ਕਹਿ ਦੇ ਕੋਈ। ਇੱਦਾਂ ਹੀ ਹੁੰਦਾ, ਭਾਵੇਂ ਘਰਾਂ ਦੇ ਵਿੱਚ ਹੋਵੇ, ਭਾਵੇਂ ਸਾਡਾ ਅਖੰਡ ਪਾਠ ਕਿਉਂ ਨਾ ਹੋਵੇ, ਸਹਿਜ ਪਾਠ ਨਾ ਹੋਵੇ, ਐਂ ਦੁੱਖ ਜਿਹਾ ਲੱਗਦਾ ਵੀ ਕੋਈ ਕਹਿ ਨਾ ਦੇ ਵੀ ਇੱਥੇ ਬਹਿ ਜਾ। ਦੁੱਬਰ ਹੋ ਜਾਂਦਾ ਸਾਡਾ ਬੈਠਣਾ, ਚਿੱਤ ਨਹੀਂ ਨਾ ਲੱਗਦਾ ਗੁਰੂ ਨਾਲ। ਪੱਲਾ ਅਸੀਂ ਛਡਾਉਂਦੇ ਹਾਂ, ਪਰ ਜਿੱਦਣ ਫੜਾ ਦਿੱਤਾ ਫਿਰ ਗੁਰੂ ਪੱਲਾ ਨਹੀਂ ਛੱਡਦਾ। ਸਾਰ ਸੰਭਾਲੈ ਨਿਤ ਪ੍ਰਤਪਾਲੈ, ਉਹ ਸਾਡੀ ਸਾਰ ਲੈਂਦਾ ਹੈ ਪ੍ਰਮਾਤਮਾ, ਹਰ ਰੋਜ਼ ਲੈਂਦਾ, ਨਿਤ ਪ੍ਰਤਪਾਲਣਾ ਕਰਦਾ ਹੈ। ਨਿਤ ਪ੍ਰਤਪਾਲਣਾ, ਮਿਹਨਤ ਦਾ ਗੁਣ ਦਿੱਤਾ ਹੈ। ਤੇਰੇ ਸਾਹ ਉਹਨੇ ਚਲਾ ਦਿੱਤੇ, ਨਵੀਂ ਸਵੇਰ ਦਿੱਤੀ, ਸਵੇਰੇ ਉੱਠਿਆ। ਇਹ ਸਭ ਤੋਂ ਵੱਡੀ ਪ੍ਰਤਪਾਲਣਾ ਹੈ ਨਾ, ਜਿਹਨੇ ਸਾਹ ਦੇ ਦਿੱਤਾ। ਜੇ ਸਾਹ ਹੀ ਨਾ ਦਿੰਦਾ ਤਾਂ ਖਤਮ ਸੀ। ਪ੍ਰਤਪਾਲਣਾ ਇਹ ਵੀ ਤਾਂ ਤੈਨੂੰ ਪਾਲਣਾ ਹੀ ਹੈ ਨਾ, ਵੀ ਉਹਨੇ ਸਾਹ ਦੇ ਦਿੱਤਾ, ਬਾਕੀ ਕੰਮ ਤੂੰ ਕਰ। ਉਹਨੇ ਸਾਹ ਦੇ ਦਿੱਤੇ, ਹੱਥ ਪੈਰ ਦੇ ਦਿੱਤੇ, ਹਰ ਰੋਜ਼ ਨਵੀਂ ਤੰਦਰੁਸਤੀ ਦਿੱਤੀ। ਕਹਿੰਦੇ ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਅਤੇ ਸਤਿਗੁਰੂ ਅਖੀਰ ਵਿੱਚ ਗੱਲ ਆਖਦੇ ਨੇ, ਕਹਿੰਦੇ ਪ੍ਰਭੂ ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ। ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਜੀਵਨ ਜਿਉਣ ਦਾ ਢੰਗ ਤਰੀਕਾ ਬੰਦਾ ਰੱਬ ਨੂੰ ਵਿਸਾਰ ਕੇ ਕਦੇ ਵੀ ਨਹੀਂ ਪਾ ਸਕਦਾ, ਕਦੇ ਵੀ ਜਿਉਣਾ ਨਹੀਂ ਆ ਸਕਦਾ। ਪਰਮਾਤਮਾ ਨੂੰ ਵਿਸਾਰ ਕੇ ਅਤੇ ਰੱਬ ਨੂੰ ਧਿਆਉਣ ਦਾ ਮਤਲਬ ਗੁਣਾਂ ਨੂੰ ਧਿਆਉਣਾ। ਗੁਣਾਂ ਨੂੰ ਜੀਵਨ ਵਿੱਚ ਵਸਾ ਕੇ ਹੀ ਬੰਦਾ ਜਿਉ ਸਕਦਾ ਹੈ। ਔਗਣੀ ਬੰਦੇ ਦਾ ਕੋਈ ਵੀ ਜਿਉਣਾ ਨਹੀਂ ਹੈ। ਜਿਹਦੇ ਵਿੱਚ ਔਗਣ ਨੇ ਨਾ, ਉਹਦਾ ਜਿਉਣਾ ਕੁਛ ਵੀ ਨਹੀਂ ਹੈ। ਗੁਣ ਭਰਪੂਰ ਇਕੱਠੇ ਕਰੀਏ, ਸਤਿਗੁਰੂ
ਗੁਰੂ ਦੀ ਬਾਣੀ ਸਾਨੂੰ ਗੁਣ ਪੈਦਾ ਕਰਨੇ ਸਿਖਾਉਂਦੀ ਹੈ, ਗੁਣ ਬਖਸ਼ਦੀ ਹੈ। ਗੁਰਬਾਣੀ ਦੇ ਨਾਲ ਜੁੜੀਏ, ਸੋਹਣੀਆਂ ਗੱਲਾਂ ਸੋਹਣੇ ਸਲੀਕੇ ਦੇ ਨਾਲ ਜਿਉਣਾ ਸਿੱਖੀਏ, ਤਾਂ ਹੀ ਭਾਈ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੈ, ਜਿਉਣਾ ਸਫਲ ਹੈ। ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਬੋਲਦਿਆਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਬਖਸ਼ਣਯੋਗ ਨੇ। ਸਰਬੱਤ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।